ਪਿਛਲੇ ਦਿਨਾਂ ਦੇ ਵਿੱਚ ਜੋ ਐਨਕਾਊਂਟਰ ਹੋਇਆ ਜੈਪਾਲ ਭੁੱਲਰ ਦਾ ਤੇ ਜੱਸੀ ਖਰੜ ਦਾ, ਕਿਵੇਂ ਦੇਖਦੇ ਹੋ? ਕਤਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਸੀਏ ਬਹੁਤ ਦਿੱਤੇ ਗਏ ਆ। ਇਹਨਾਂ ਦੀਆਂ ਬਾਹਾਂ ਟੁੱਟੀਆਂ ਪਈਆਂ। ਪਹਿਲਾਂ ਸਾਨੂੰ ਟੈਰਰਿਸਟ ਕਹਿ ਕੇ ਮਾਰ ਦਿੰਦੇ ਸੀ, ਹੁਣ ਗੈਂਗਸਟਰ ਕਰਕੇ। ਕੈਪਟਨ ਸਰਕਾਰ ਨੇ ਬੜੇ ਫਲੈਕਸਾਂ ਤੇ ਲਿਖਿਆ ਵੀ 3100 ਤੋਂ ਉੱਪਰ ਅਸੀਂ ਗੈਂਗਸਟਰ ਜੋ ਗ੍ਰਿਫਤਾਰ ਕਰ ਲਏ ਤੇ 30 ਤੋਂ ਉੱਪਰ ਗੈਂਗਸਟਰ ਅਸੀਂ ਨੇ ਜੋ ਨੇਸਤੋ ਨਾਬੂਦ ਕਰਤੇ, ਮਾਰਤੇ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਦਾ ਕੋਈ ਬੰਦਾ ਉੱਠਿਆ ਨਹੀਂ ਇਸ ਜ਼ੁਲਮ ਦੇ ਖਿਲਾਫ। ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਅੱਗੇ 1984 ਦੇ ਵਿੱਚ ਕਤਲੇਆਮ ਸਿੱਖਾਂ ਦਾ ਹੋਇਆ। ਸਾਡਾ ਤਾਂ ਕੋਈ ਮਾਈ ਬਾਪ ਹੀ ਹੈ ਨਹੀਂ ਗਾ ਇੱਥੇ ਇਹ ਇੰਡੀਆ ਦੇ ਵਿੱਚ। ਸਾਬਕਾ ਗੈਂਗਸਟਰ ਨੇ ਲੱਖਾ ਸਿਧਾਣਾ ਵੀ ਆ, ਤਾਂ ਉਹਨਾਂ ਨੇ ਵੀ ਕਿਹਾ ਵੀ ਅਕਾਲੀ ਲੀਡਰ ਕਈ ਸੀਗੇ ਜੋ ਜਿਨ੍ਹਾਂ ਨੇ ਉਹਨਾਂ ਨੂੰ ਗੈਂਗਸਟਰ ਬਣਾ ਕੇ ਉਹਨਾਂ ਨੂੰ ਵਰਤਿਆ। ਜਿੰਨਾ ਚਿਰ ਅਦਾਲਤ ਦੇ ਵਿੱਚ ਇਹਨਾਂ ਦਾ ਮੁਕੱਦਮਾ ਨਾ ਚੱਲੇ ਜੀ ਤੇ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਸਜ਼ਾ ਨਾ ਮਿਲੇ, ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ। ਪਹਿਲਾਂ ਕਿਵੇਂ ਕਹਿ ਸਕਦੇ ਹੋ ਕਿ ਇਹ ਗੈਂਗਸਟਰ ਟੈਰਰਿਸਟ? ਇਹ ਤੁਸੀਂ ਹਾਰਨ ਦੀ ਗੱਲ ਕੀਤੀ ਆ, ਭਾਵੇਂ ਹਾਰ ਜਾਂਦੇ ਹੋ ਤਾਂ ਹਾਰ ਦੇ ਕਾਰਨ ਕੀ ਲੱਗਦੇ ਨੇ ਤੁਹਾਨੂੰ? ਜਦੋਂ ਕੌਮੀਅਤ ਕਿਸੇ ਕੌਮ ਦੀ ਮਰ ਜੇ ਜੀ ਤਾਂ ਫਿਰ ਉਸ ਪਾਰਟੀ ਜਿਹੜੇ ਕੌਮੀਅਤ ਦੇ ਉੱਤੇ ਲੜਦੇ ਆ ਉਹਨਾਂ ਦਾ ਹਾਲ ਤਾਂ ਇਹੋ ਜਿਹਾ ਹੀ ਹੁੰਦਾ। ਪੰਜਾਬ ਦੇ ਜੋ ਭਾਜਪਾ ਦੇ ਲੀਡਰ ਨੇ ਹਰਜੀਤ ਗਰੇਵਾਲ ਨੇ, ਤਾਂ ਉਹ ਸਮੇਂ-ਸਮੇਂ ਤੇ ਬਿਆਨ ਦਿੰਦੇ ਨੇ ਕਿਸਾਨ ਜੋ ਮਰਜ਼ੀ ਕਰ ਲੈਣ, ਤਾਂ ਇਹ ਕਿਸਾਨ ਨੇ ਜੋ ਕਿਸਾਨ ਬਿੱਲ ਨੇ ਵਾਪਸ ਨਹੀਂ ਹੋਣਗੇ। ਬੀਜੇਪੀ ਲੀਡਰ ਨੂੰ ਪੁੱਛੋ, ਤੁਸੀਂ ਬਾਹਰ ਜਾਣ ਜੋਗੇ ਰਹਿ ਗਏ ਹੁਣ? ਬਾਹਰ ਤਾਂ ਨਿਕਲੋ ਆਪਣੇ ਘਰਾਂ ਤੋਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਰਾਜਵੀਰ ਸਿੰਘ। ਪਿਛਲੇ ਦਿਨਾਂ ਦੇ ਵਿੱਚ ਜੱਸੀ ਖਰੜ ਤੇ ਜੈਪਾਲ ਭੁੱਲਰ ਦਾ ਜੋ ਐਨਕਾਊਂਟਰ ਹੋਇਆ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਪੰਜਾਬ ਪੁਲਿਸ ਨੇ ਇਸ ਐਨਕਾਊਂਟਰ ਨੂੰ ਆਪਣੇ ਫੇਕ ਤਰੀਕੇ ਨਾਲ ਕੀਤਾ ਹੈ। ਸੋ ਸਾਡੇ ਨਾਲ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇੰਨੇ ਮਾਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜੋ ਐਨਕਾਊਂਟਰ ਹੋਇਆ ਜੈਪਾਲ ਭੁੱਲਰ ਦਾ ਤੇ ਜੱਸੀ ਖਰੜ ਦਾ, ਕਿਵੇਂ ਦੇਖਦੇ ਹੋ ਉਹਨੂੰ? ਅਸੀਂ ਤਾਂ ਸਮਝਦੇ ਹਾਂ ਕਿ ਕਲਕੱਤੇ ਜਾ ਕੇ ਸਿੱਖਾਂ ਦੇ ਬੱਚੇ ਮਾਰ ਦੇਣੇ ਜੀ, ਇਹ ਬੜਾ ਭਾਰੀ ਜ਼ਬਰ ਹੈ ਜੀ। ਪਹਿਲਾਂ ਸਿੱਖਾਂ ਦੇ ਉੱਤੇ ਦੋਸ਼ ਲਾਉਂਦੇ ਸੀਗੇ ਕਿ ਇਹ ਟੈਰਰਿਸਟ ਹੈ, ਰੈਡੀਕਲ ਹੈ, ਆਤੰਕਵਾਦੀ ਹੈ, ਦੇਸ਼ ਧਰੋਹੀ ਹੈ ਜੀ, ਤੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਸੀਗੇ ਜੀ। ਹੁਣ ਨਵੀਂ ਚੀਜ਼ ਕੈਪਟਨ ਸਾਹਿਬ ਤੇ ਕਾਂਗਰਸ ਨੇ ਚੀਜ਼ ਕੱਢੀ ਹੈ ਜੀ ਕਿ ਹੁਣ ਸਾਨੂੰ ਗੈਂਗਸਟਰ ਕਹਿ ਕੇ ਜੀ ਠਾ ਮਾਰਦੇ ਆ ਜੀ। ਇਸ ਤੋਂ ਪਹਿਲਾਂ ਇਹ ਗੋਂਡਰ ਮਾਰਤਾ ਰਾਜਸਥਾਨ 'ਚ ਜਾ ਕੇ ਜੀ, ਇਸੇ ਸਰਕਾਰ ਕਾਂਗਰਸ ਨੇ ਜੀ। ਫਿਰ ਇਹਨਾਂ ਨੇ ਕਲਕੱਤੇ ਜਾ ਕੇ ਭੁੱਲਰ ਤੇ ਜੱਸੀ ਨੂੰ ਮਾਰਤਾ ਜੀ। ਇਹ ਸਿੱਖਾਂ ਦੇ ਬੱਚੇ ਇਹ ਸਰਕਾਰ ਦੇ ਮਾਰਨ ਨੂੰ ਹੀ ਹੈਗੇ ਆ ਜੀ। ਤੁਸੀਂ ਦੇਖੋ 1984 ਦੇ ਵਿੱਚ ਜੀ, ਜਿਹੜਾ ਬਲੂ ਸਟਾਰ ਇੰਦਰਾ ਗਾਂਧੀ ਤੇ ਕਾਂਗਰਸ ਨੇ ਕੀਤਾ, ਸਾਡੇ ਵੀ ਬਾਦਲ ਦਲੀਏ ਵਿੱਚ ਸੀਗੇ ਸਾਜ਼ਿਸ਼ ਦੇ ਜੀ। ਉਹ ਗੁਰੂ ਅਰਜਨ ਸਾਹਿਬ ਦੇ ਜੀ, ਸ਼ਹੀਦੀ ਦਿਵਸ ਤੇ ਕੀਤਾ ਜੀ। ਤੇ ਇਹ ਵੀ ਦੋ ਜਿਹੜੇ ਕਤਲ ਕੀਤੇ ਆ ਮੁੰਡਿਆਂ ਦੇ, ਜੀ, ਇਹ ਵੀ ਕਰੀਬ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਦੇ ਉੱਤੇ ਕੀਤੇ ਆ ਜੀ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੇ ਬਾਰੇ ਆਪੋਜੀਸ਼ਨ ਕਿਉਂ ਨਹੀਂ ਬੋਲਦੀ? ਜੀ, ਜੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਬਰਗਾੜੀ ਜਿਹੜਾ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ ਜੀ, ਤੇ 2 ਸਿੱਖ ਉੱਥੇ ਸ਼ਹੀਦ ਕਰਤੇ ਹੈ ਬਾਦਲ ਸਰਕਾਰ ਨੇ, ਜੀ, ਤੇ ਉਸ ਮਸਲੇ ਤੇ ਕਾਂਗਰਸ ਪਾਰਟੀ ਦੋ ਧਿਰ ਹੋਈ ਹੈ। ਜੀ। ਇੱਕ ਜਿਹੜੀ ਕਹਿੰਦੀ ਹੈ ਕਿ ਬਾਦਲ ਤੇ ਸੁਖਬੀਰ ਨੂੰ ਸਾਹਮਣਾ ਕਰਨਾ ਪਊਗਾ ਜਿਹੜੇ ਦੋਸ਼ ਉਹਨਾਂ ਦੇ ਉੱਤੇ ਤੇ ਸਮੇਤ ਸੈਣੀ ਦੇ ਉੱਤੇ ਲੱਗਦੇ ਆ, ਜੀ, ਹੈ ਨਾ ਜੀ। ਪਰ ਦੂਜੇ ਪਾਸੇ ਜਦੋਂ ਉਹਨਾਂ ਦੀ ਪਾਰਟੀ ਨੇ ਕਲਕੱਤੇ ਜਾ ਕੇ ਜੀ, ਇਹ ਨੌਜਵਾਨ ਸਿੱਖ ਜਾਨੋਂ ਮਾਰਤੇ ਹੈ, ਜੀ, ਉਹਦੇ ਤੇ ਨਾ ਬੀਜੇਪੀ ਬੋਲਦੀ ਹੈ, ਨਾ ਆਮ ਪਾਰਟੀ ਬੋਲਦੀ ਹੈ, ਨਾ ਬਾਦਲ ਦਲੀਏ ਬੋਲਦੇ ਆ, ਕੋਈ ਨਹੀਂ ਬੋਲਦਾ ਹੈਗਾ। ਜੀ, ਨਾ ਜਿਹੜੇ ਸਾਬਕਾ ਇਹ ਫੈਡਰੇਸ਼ਨ ਦੇ ਬੰਦੇ ਸੀਗੇ ਜੀ, ਉਹ ਵੀ ਇਹ ਝੱਗਾ ਚੱਕ ਬੈਠੇ ਆ, ਜੀ। ਕੋਈ ਬੋਲਦਾ ਹੀ ਨਹੀਂ ਇਸ ਜ਼ੁਲਮ ਦੇ ਉੱਤੇ। ਜੀ, ਤੇ ਇਹ ਮੈਂ ਕਹਿਣਾ ਚਾਹੁੰਦਾ ਕਿ ਜੇ ਇਸ ਨੂੰ ਆਪਾਂ ਨੇ ਪੈਰਵੀ ਨਾ ਕੀਤੀ, ਜੀ, ਤਖਤਾਂ ਦੇ ਜਥੇਦਾਰ ਨਾ ਬੋਲੇ, SGPC ਨਾ ਬੋਲੀ, ਜੀ, ਤਾਂ ਇਹ ਤਾਂ ਰੋਜ਼ਾਨਾ ਹੋ ਜਾਊਗਾ ਕਿ ਹੁਣ ਤੁਸੀਂ ਸੰਗਰੂਰ ਤੋਂ ਆਏ ਹੋ ਜੀ, ਕੱਲ ਉਹ ਜਿਹੜਾ ਕਾਲਾ ਹੈ ਧੂਰੀ ਧਨੌਲੇ ਵਾਲਾ, ਜੀ,
ਉਹਨੂੰ ਚੱਕ ਕੇ ਫਰੀਦਕੋਟ ਦੀ ਪੁਲਿਸ ਲੈ ਗਈ ਹੈ। ਜੀ ਅਸੀਂ ਅੱਜ ਬਿਆਨ ਦਿੱਤਾ ਹੈ ਜੀ ਕਿ ਉਹਨੂੰ ਨਾ ਕਿਤੇ ਇਹ ਤੁਸੀਂ ਮਾਰ ਦਿਓ ਜੀ। ਕਿ ਉਹ ਭੱਜ ਰਿਹਾ ਸੀ ਪੁਲਿਸ ਤੋਂ। ਜੀ ਇਹ ਜਿਹੜਾ ਰੁਝਾਨ ਬਣ ਗਿਆ ਹੈ ਇਹ ਬਹੁਤ ਖਤਰਨਾਕ ਹੈ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਮਮਤਾ ਬੈਨਰਜੀ ਜੀ ਬੰਗਾਲ ਦੀ ਸਰਕਾਰ ਤੋਂ ਜੀ ਇਹ ਕੇਸ ਦਰਜ ਕਰਨ ਜੀ 302 ਦਾ ਜੀ ਤੇ ਸਾਜ਼ਿਸ਼ ਦਾ। ਜੀ ਸਾਜ਼ਿਸ਼ ਦਾ ਜ਼ਰੂਰੀ ਹੈ ਕਿਉਂਕਿ ਸਾਜ਼ਿਸ਼ ਸ਼ੁਰੂ ਤੋਂ ਹੁੰਦੀ ਹੈ ਚੰਡੀਗੜ੍ਹ ਪੰਜਾਬ ਤੋਂ, ਜੀ ਫੇਰ ਹੀ ਇਹ ਕਾਤਲ ਦਸਤੇ ਉੱਥੇ ਜਾਂਦੇ ਹੈ ਜੀ ਤੇ ਅੰਨੇ ਧੁੰਦ ਉਹਨਾਂ ਨੂੰ ਮਾਰ ਦਿੰਦੇ ਹੈ। ਜੀ ਅੱਜ ਮੇਰੇ ਕੋਲੇ ਬੀਬੀ ਆਈ ਸੀਗੀ ਜੀ ਜੱਸੀ ਦੀ ਭੈਣ, ਜੀ ਉਹ ਗਈ ਸੀ ਉਹਨਾਂ ਦੀ ਬੋਡੀ ਲੈਣ ਕਲਕੱਤੇ। ਜੀ ਕਹਿੰਦੇ ਸਾਨੂੰ ਇੰਨਾ ਔਖਾ ਕੀਤਾ, ਜੀ। ਸਾਨੂੰ ਤਾਂ ਥਾਣੇ ਵਿੱਚ ਹੀ ਡੱਕ ਲਿਆ ਕਿੰਨਾ ਚਿਰ, ਜੀ ਸਾਨੂੰ ਲਾਸ਼ ਨਹੀਂ ਦਿੱਤੀ, ਨਾ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਹੈ। ਜੀ ਖਾਲੀ ਹੱਥ ਵਿਚਾਰੇ ਉਹਦੀ ਬੋਡੀ ਲੈ ਕੇ ਇੱਥੇ ਪਹੁੰਚੇ ਮੁਸ਼ਕਲ ਦੇ ਨਾਲ। ਜੀ ਜੇ ਪੰਜਾਬ ਪੁਲਿਸ ਨੇ ਉੱਥੇ ਜਾ ਕੇ ਕਤਲ ਕੀਤੇ ਹੈ ਜੀ ਤਾਂ ਇਨਸਾਨੀਅਤ ਇਹ ਸੀ ਜੀ ਕਿ ਉਹਨਾਂ ਦੀਆਂ ਬੋਡੀਜ਼ ਲਿਆ ਕੇ ਉਹਨਾਂ ਦੇ ਮਾਪਿਆਂ ਨੂੰ ਭੁੱਲਣ ਨੂੰ ਫਿਰੋਜ਼ਪੁਰ ਜੱਸੀ ਨੂੰ ਇੱਥੇ ਖੜ੍ਹ ਦਿੰਦੇ। ਜੀ ਤੇ ਹੁਣ ਸਾਨੂੰ ਜਾਣਾ ਪੈ ਰਿਹਾ ਹਾਈ ਕੋਰਟ 'ਚ, ਜੀ ਕਿਉਂ ਕਰਕੇ ਮੈਂ ਤਸਵੀਰਾਂ ਦੇਖੀਆਂ, ਭੁੱਲਰ ਸਾਹਿਬ ਦੇ ਬਾਪ ਦੇ ਨਾਲ ਗੱਲ ਕੀਤੀ ਹੈ। ਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਕਤਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਤਸੀਹੇ ਬਹੁਤ ਦਿੱਤੇ ਗਏ ਆ, ਇਹਨਾਂ ਦੀਆਂ ਬਾਹਾਂ ਟੁੱਟੀਆਂ ਪਈਆਂ, ਇਹਨਾਂ ਦਾ ਜੀ ਸਰੀਰ ਇਹ ਹੋਰ ਤਰ੍ਹਾਂ ਦਾ ਹੋ ਗਿਆ ਹੈ। ਜੀ ਤੇ ਇਹ ਵੀ ਤਾਂ ਜ਼ੁਲਮ ਹੈ ਕਿ ਜੇ ਅਸੀਂ ਡੀਸੀ ਫਿਰੋਜ਼ਪੁਰ ਨੂੰ ਦਰਖਾਸਤ ਦਿੱਤੀ ਹੈ ਕਿ ਪੋਸਟਮਾਰਟਮ ਇੱਕ ਹੋਰ ਚਾਹੀਦਾ ਹੈ, ਜੀ ਉਹ ਲੋਹੇ ਦਾ ਥਣ ਬਣ ਗਈ ਹੈ ਸਰਕਾਰ। ਜੀ ਮਾਨ ਸਾਹਿਬ, ਤੁਸੀਂ ਵੀ ਆਈਪੀਐਸ ਆਫੀਸਰ ਰਹੇ ਹੋ, ਕਿ ਕਾਨੂੰਨ ਦੇ ਵਿੱਚ ਇਹ ਗੱਲ ਹੈ ਵੀ ਜੇ ਇੱਕ ਵਾਰ ਪੋਸਟਮਾਰਟਮ ਕਰੇ ਤੋਂ ਬਾਅਦ ਪਰਿਵਾਰ ਨੂੰ ਕੋਈ ਤਸੱਲੀ ਨਹੀਂ ਆ ਰਹੀ ਤਾਂ ਦੂਜਾ ਪੋਸਟਮਾਰਟਮ ਹੋ ਸਕਦਾ? ਸਰਦਾਰ ਸਾਹਿਬ, ਅਸੀਂ ਹਾਈ ਕੋਰਟ ਨੂੰ ਜੀ ਤੇ ਡੀਸੀ ਫਿਰੋਜ਼ਪੁਰ ਨੂੰ ਰੂਲਿੰਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਵੀ ਦਿੱਤੀਆਂ ਜੀ ਕਿ ਡਬਲ ਟ੍ਰਿਪਲ ਜੀ ਪੋਸਟਮਾਰਟਮ ਹੋ ਸਕਦੇ ਹੈ ਜੀ ਜੇ ਉਹਦੇ ਪਰਿਵਾਰ ਨੂੰ ਸ਼ੱਕ ਹੋਵੇ। ਜੀ ਤੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਜੀ ਤਾਂ ਹੁਣ ਫਿਰ ਸਾਨੂੰ ਹਾਈ ਕੋਰਟ ਕਿਉਂ ਭੇਜ ਰਹੇ ਹੈ ਪੰਜਾਬ ਦੀ ਸਰਕਾਰ? ਜੀ ਤਾਂ ਫਿਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਹ ਆਗਿਆ ਕਿਉਂ ਨਹੀਂ ਦੇ ਰਹੀ? ਇਹ ਤਾਂ ਤੁਸੀਂ ਪੁੱਛੋ, ਤੁਸੀਂ ਵੋਟ ਪਾਉਂਦੇ ਹੋ ਸਾਰੇ ਜਿਹੜੇ ਤਦੇ ਸਰਕਾਰ ਬਣੀ ਹੈ ਕੈਪਟਨ ਸਾਹਿਬ ਦੀ। ਜੀ ਇਹ ਤਾਂ ਜੇ ਪਹਿਲਾਂ ਹੀ ਆਪਾਂ ਦੇਖ ਲਈਏ ਕਿ ਆਪਾਂ ਵੋਟ ਕਿੱਥੇ ਪਾ ਰਹੇ ਹਾਂ, ਜੀ ਅੱਗੇ ਟੋਇਆ ਹੈ, ਜੀ। ਅਸੀਂ ਟੋਏ 'ਚ ਡਿੱਗਾਂਗੇ ਕਪਾਰ ਕਰ ਜਾਵਾਂਗੇ। ਜੀ ਇਹ ਤਾਂ ਇਨਸਾਨ ਨੂੰ ਦਿਮਾਗ ਦਿੱਤਾ ਰੱਬ ਨੇ, ਵਾਹਿਗੁਰੂ ਨੇ, ਜੀ ਕਿ ਆਪਾਂ ਦੇਖ ਸਕੀਏ ਕਿ ਆਪਾਂ ਟੋਆ ਪਾਰ ਕਰ ਲਾਂਗੇ ਕਿ ਵਿੱਚ ਡਿੱਗਾਂਗੇ ਜੇ ਛਾਲ ਮਾਰਾਂਗੇ। ਜੀ ਹੁਣ ਜੇ ਸਾਡੀ ਕੌਮ ਨੂੰ ਪਤਾ ਹੀ ਨਹੀਂ ਜੀ ਕਿ ਛਾਲ ਕਿਵੇਂ ਮਾਰਨੀ ਹੈ, ਹੁਣ ਇਹਦੇ 'ਚ ਮੈਂ ਕੀ ਕਹਿ ਸਕਦਾ? ਜੀ ਮਾਨ ਸਾਹਿਬ, ਇਹ ਕਿਤੇ ਨਾ ਕਿਤੇ ਇੱਕ ਪਹਿਲਾ ਦੌਰ ਸੀ ਜਿਸ ਦੇ ਵਿੱਚ ਅੱਤਵਾਦੀ ਕਹਿ ਕੇ ਮਾਰਿਆ ਜਾਂਦਾ ਸੀ ਪੰਜਾਬੀਆਂ ਨੂੰ, ਤਾਂ ਹੁਣ ਇਹ ਦੌਰ ਚੱਲ ਪਿਆ। ਕੈਪਟਨ ਸਰਕਾਰ ਨੇ ਬੜੇ ਫਲੈਕਸਾਂ ਤੇ ਲਿਖਿਆ ਵੀ 3100 ਤੋਂ ਉੱਪਰ ਅਸੀਂ ਗੈਂਗਸਟਰ ਜੋ ਗ੍ਰਿਫਤਾਰ ਕਰ ਲਏ ਤੇ 30 ਤੋਂ ਉੱਪਰ ਗੈਂਗਸਟਰ ਅਸੀਂ ਨੇ ਜੋ ਨੇਸਤੋ ਨਾਬੂਦ ਕਰਤੇ, ਮਾਰਤੇ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਦਾ ਕੋਈ ਬੰਦਾ ਉੱਠਿਆ ਨਹੀਂ ਇਸ ਜ਼ੁਲਮ ਦੇ ਖਿਲਾਫ। ਜੀ ਗ੍ਰਿਫਤਾਰ ਕਰਨਾ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਹੈ ਜੀ, ਪਰ ਉਸ ਨੂੰ ਅਦਾਲਤ ਦੇ ਹੁਕਮ ਤੋਂ ਬਗੈਰ ਜੀ ਉਸ ਨੂੰ ਗੋਲੀ ਮਾਰ ਦੇਣੀ ਜੀ ਇੱਕ ਨਜਾਇਜ਼ ਚੀਜ਼ ਹੈ। ਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਦਿੱਲੀ ਹੈ ਜੀ ਉਹ ਵੀ ਸੁਣਨਾ ਬੈਠਾ, ਸਾਡੀ ਗੱਲ ਹੀ ਨਹੀਂ ਸੁਣਦਾ। ਜੀ ਨਾ ਸੁਪਰੀਮ ਕੋਰਟ ਸੁਣਦੀ ਹੈ ਨਾ ਕੁਛ। ਜੀ ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਅੱਗੇ 1984 ਦੇ ਵਿੱਚ ਕਤਲੇਆਮ ਸਿੱਖਾਂ ਦਾ ਹੋਇਆ, ਜੀ ਉਹ ਬੋਲੀ ਹੋਈ ਨਹੀਂ ਜੀ। ਜਦ ਕਿ ਸੁਪਰੀਮ ਕੋਰਟ ਜਿਹੜਾ ਵੀ ਮਾੜਾ ਕੰਮ ਹੁੰਦਾ ਹੈ ਉਹ ਰਾਮਦੇਵ ਨੂੰ ਉੱਥੇ ਦਿੱਲੀ ਦੇ ਵਿੱਚ ਕਾਨਫਰੰਸ ਨਹੀਂ ਸੀ ਕਰਨ ਦਿੱਤੀ, ਕਿਸੇ ਨੇ ਰਿਟ ਨਹੀਂ ਕੀਤੀ ਸੁਪਰੀਮ ਕੋਰਟ ਨੇ ਆਪ ਦੇਖ ਲਿਆ ਕਿ ਦਿੱਲੀ ਦੇ ਵਿੱਚ ਰਾਮਦੇਵ ਨੂੰ ਕਾਨਫਰੰਸ ਹਕੂਮਤ ਕਿਉਂ ਨਹੀਂ ਕਰ ਰਹੀ। ਜੀ ਉਹਨਾਂ ਨੇ ਸਟ੍ਰਿਕਚਰਸ ਪਾਸ ਕੀਤੇ ਤੇ ਕਿਹਾ ਕਿ ਰਾਮਦੇਵ ਆਪਣੀ ਕਾਨਫਰੰਸ ਕਰੇ, ਜੀ ਹੈ ਨਾ ਜੀ, ਇਹ ਹਿਊਮਨ ਰਾਈਟਸ ਦਾ ਹਵਾਲਾ ਦਿੱਤਾ ਸੀ ਉਹਨਾਂ। ਹਾਂ ਜੀ, ਤੋ ਮੇਰਾ ਕਹਿਣ ਦਾ ਸਾਡਾ ਤਾਂ ਕੋਈ ਮਾਈ ਬਾਪ ਹੀ ਹੈ ਨਹੀਂਗਾ ਇੱਥੇ ਇਹ ਇੰਡੀਆ ਦੇ ਵਿੱਚ। ਜੀ ਸੁਣਨੇ ਹੈਗੇ ਹੈ ਜੀ, ਤੇ ਸਾਡੀ ਕੌਮ ਦੇ ਜਿੱਡੇ ਵੱਡੇ ਲੀਡਰ ਹੈ, ਬਾਦਲ ਸਾਹਿਬ ਹੈ, ਜੀ ਕੈਪਟਨ ਸਾਹਿਬ ਹੈ, ਫਿਰ ਰਾਮੂ ਵਾਲੀਆ ਸਾਹਿਬ ਹੈ, ਜੀ ਚੰਦੂ ਮਾਜਰਾ ਸਾਹਿਬ ਹੈ, ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਹੈ, ਢੀਂਡਸਾ ਸਾਹਿਬ ਹੈ, ਜੀ
ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਦਮਦਮਾ ਸਾਹਿਬ ਦੇ ਹੈਗੇ ਆ, ਕੇਸਗੜ੍ਹ ਸਾਹਿਬ ਦੇ ਆ ਜੀ, ਅਕਸਰ ਉਹਨਾਂ ਨੂੰ ਕਹਿਣਾ ਤਾਂ ਚਾਹੀਦਾ ਕਿ ਇਹਦੀ ਤਫਤੀਸ਼ ਕਰਾਓ ਜੀ। ਜੇ ਇਲਜ਼ਾਮ ਲੱਗ ਰਹੇ ਹੈ ਕਿ ਕਲਕੱਤੇ ਜਾ ਕੇ ਇਹਨਾਂ ਨੂੰ ਭੁੰਨਤਾ ਮਾਰਤਾ ਜੀ, ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਵੀ ਤਾਂ ਲੈ ਕੇ ਆ ਸਕਦੇ ਸੀ, ਫੇਰ ਤਾਂ ਕਿਸੇ ਨੇ ਸਵਾਲ ਨਹੀਂ ਸੀ ਪੁੱਛਣਾ। ਜੀ, ਇਹ ਤਾਂ ਨਵੀਂ ਜੀ, ਰਵਾਇਤ ਹੈ ਕਿ ਗੁੰਡਰ ਤੋਂ ਬਾਅਦ ਇਹ ਹੁਣ ਤੁਸੀਂ ਇਹ ਕੀ ਕਹਿੰਦੇ ਹੋ 30 ਮਾਰਤੇ ਜੀ, 30 ਤੋਂ ਉੱਪਰ 30 ਤੋਂ ਉੱਪਰ ਗੈਂਗਸਟਰ। ਪਹਿਲਾਂ ਸਾਨੂੰ ਟੈਰਰਿਸਟ ਕਹਿ ਕੇ ਮਾਰ ਦਿੰਦੇ ਸੀ, ਹੁਣ ਗੈਂਗਸਟਰ ਕਰਕੇ। ਜੀ। ਹੁਣ ਤੁਹਾਨੂੰ ਕੀ ਵਿਸ਼ਵਾਸ ਹੈ ਕਿ ਇੱਥੋਂ ਇੰਟਰਵਿਊ ਲੈ ਕੇ ਜਾਓਗੇ ਤੇ ਰਾਹ 'ਚ ਤੁਹਾਨੂੰ ਨਾ ਗੈਂਗਸਟਰ ਕਹਿ ਕੇ ਮਾਰ ਦੇਣ? ਕਿਸੇ ਨੂੰ ਵਿਸ਼ਵਾਸ ਹੀ ਨਹੀਂ ਰਿਹਾ। ਜੀ। ਮਾਨ ਸਾਹਿਬ ਕੀ ਲੱਗਦਾ ਹੈ, ਇੱਕ ਪਾਸੇ ਜਦ ਲੋਕ ਨੇ ਜਿਹੜੇ ਸਾਬਕਾ ਗੈਂਗਸਟਰ ਨੇ, ਲੱਖਾ ਸਿਧਾਣਾ ਵੀ ਆ, ਤਾਂ ਉਹਨਾਂ ਨੇ ਵੀ ਕਿਹਾ ਵੀ ਅਕਾਲੀ ਲੀਡਰ ਕਈ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਗੈਂਗਸਟਰ ਬਣਾ ਕੇ ਉਹਨਾਂ ਨੂੰ ਵਰਤਿਆ, ਪੁਲਿਸ ਨੇ ਵੀ ਵਰਤਿਆ ਉਹਨਾਂ ਨੂੰ। ਦੇਖੋ ਸਰ ਸਾਹਿਬ, ਕਿਸੇ ਨੂੰ ਟੈਰਰਿਸਟ ਕਹਿਣਾ, ਕਿਸੇ ਨੂੰ ਗੈਂਗਸਟਰ ਕਹਿਣਾ ਬਹੁਤ ਗਲਤ ਹੈ। ਜੀ। ਹਾਂ, ਅੰਗਰੇਜ਼ੀ ਦੀ ਕਹਾਵਤ ਹੈ ਗਿਵ ਅ ਡੌਗ ਅ ਬੈਡ ਨੇਮ ਜੀ ਐਂਡ ਹੈਂਗ ਹਿਮ। ਜੀ। ਕਿ ਕੁੱਤੇ ਨੂੰ ਕਹਿ ਦਿਓ ਕਿ ਉਹ ਹਲਕ ਗਿਆ ਤੇ ਉਦੋਂ ਉਹਨੂੰ ਫਾਂਸੀ ਦੇ ਦਿਓ। ਜੀ। ਠੀਕ ਹੈ। ਹੁਣ ਜਿੰਨਾ ਚਿਰ ਅਦਾਲਤਾਂ ਫੈਸਲਾ ਨਹੀਂ ਕਰਦੀਆਂ ਕਿ ਫਲਾਣਾ ਗੈਂਗਸਟਰ ਹੈ, ਫਲਾਣਾ ਟੈਰਰਿਸਟ ਹੈ, ਜੀ, ਆਪਾਂ ਕਿਵੇਂ ਕਹਿ ਸਕਦੇ? ਸਰਕਾਰ ਕਹਿ ਹੀ ਨਹੀਂ ਸੀ ਸਕਦੀ ਕਿ ਇਹ ਟੈਰਰਿਸਟ ਹੈ, ਗੈਂਗਸਟਰ ਹੈ। ਜੀ। ਇਹ ਤਾਂ ਤੁਹਾਡੇ ਮੇਰੇ ਵਰਗਣ ਬੇਕਸੂਰ ਬੰਦੇ ਹੈ। ਜੀ। ਜਿੰਨਾ ਚਿਰ ਅਦਾਲਤ ਦੇ ਵਿੱਚ ਇਹਨਾਂ ਦਾ ਮੁਕੱਦਮਾ ਨਾ ਚੱਲੇ ਜੀ ਤੇ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਸਜ਼ਾ ਨਾ ਮਿਲੇ, ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ। ਪਹਿਲਾਂ ਕਿਵੇਂ ਕਹਿ ਸਕਦੇ ਹੋ ਕਿ ਇਹ ਗੈਂਗਸਟਰ ਟੈਰਰਿਸਟ? ਜੀ। ਇਹ ਤਾਂ ਸਾਡੇ ਸਿੱਖਾਂ ਨੂੰ ਬਿਲਕੁਲ ਇਹਨਾਂ ਨੇ ਖਤਮ ਕਰਤਾ। ਜੀ। ਪਹਿਲਾਂ ਟੈਰਰਿਸਟ ਕਹਿ ਕੇ ਹੁਣ ਕਹਿ ਦਿੰਦੇ ਗੈਂਗਸਟਰ ਹੈ। ਜੀ। ਜਿਵੇਂ ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਕੀ ਵਿਸ਼ਵਾਸ ਹੈ ਜੇ ਕੱਲ ਨੂੰ ਵਾਪਸ ਜਾਓਗੇ ਕਹਿ ਦੇਣ ਜੀ ਅਸੀਂ ਗੈਂਗਸਟਰ ਫੜ ਕੇ ਮਾਰਤਾ? ਜੀ। ਹੈ ਨਾ? ਜੀ। ਸੋ ਮਾਨ ਸਾਹਿਬ, ਇਸ ਦੇ ਵਿੱਚੋਂ ਜੋ ਨੌਜਵਾਨੀ ਹੈ ਇਹਨਾਂ ਬਦਮਾਸ਼ੀ ਵੱਲ ਨੂੰ ਪੈ ਰਹੀ ਹੈ ਜਾਂ ਗੈਂਗਸਟਰ ਬਣ ਰਹੀ ਹੈ, ਤਾਂ ਇਸ ਨੂੰ ਵਿੱਚੋਂ ਕੱਢਣ ਵਾਸਤੇ ਕੀ ਕਰਨਾ ਚਾਹੀਦਾ? ਇਹ ਤਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਸਰਕਾਰ ਦਾ ਵੀ ਪ੍ਰਚਾਰ ਹੋਣਾ ਚਾਹੀਦਾ ਹੈ। ਜੀ। ਕਿ ਇੱਧਰਲੇ ਧੰਦੇ ਦੇ ਵਿੱਚ ਆਪਾਂ ਨੇ ਨਹੀਂ ਪੈਣਾ ਜੀ। ਜਿਹੜਾ ਕਾਨੂੰਨ ਤੋਂ ਬਾਹਰ ਹੋਵੇ। ਜੀ। ਪਰ ਜੇ SGPC ਆਪਣਾ ਫਰਜ਼ ਨਹੀਂ ਕਰਦੀ, ਉਹਦੇ 10 ਸਾਲ ਤੋਂ ਇਲੈਕਸ਼ਨ ਹੀ ਨਹੀਂ ਕਰਾਦੀ ਸੈਂਟਰ ਦੀ ਗਵਰਨਮੈਂਟ, ਜੇ ਜਿਨ੍ਹਾਂ ਨੇ ਬਾਦਲ ਦਨੀਆਂ ਨੇ ਕਬਜ਼ਾ ਕੀਤਾ ਹੈ ਜੀ, ਉਹ ਵੀ ਨਹੀਂ ਮੰਨਦੇ ਕਿ ਅਸੀਂ ਇਹਦੇ ਇਲੈਕਸ਼ਨ ਕਰਾਈਏ, ਜੀ, ਤਾਂ ਫਿਰ ਬਾਹਰ ਦੇ ਜਿਹੜੇ ਵਸੇ ਸਿੱਖ ਨੇ ਜੀ, ਉਹਨਾਂ ਨੂੰ ਚੱਕਣਾ ਚਾਹੀਦਾ ਇਹ ਮਸਲਾ ਕਿ ਜਿਹੜੇ ਬਾਹਰ ਦੇ ਸਿੱਖ ਆਮ ਆਦਮੀ ਪਾਰਟੀ ਨੂੰ ਪੈਸਾ ਦਿੰਦੇ ਆ ਬਹੁਤ ਜ਼ਿਆਦਾ, ਜੀ, ਉਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਤੁਸੀਂ ਪੈਸਾ ਆਮ ਆਦਮੀ ਪਾਰਟੀ ਨੂੰ ਦਿੰਦੇ ਆ, ਕਿ ਹੁਣ ਮੌਕੇ ਤੇ ਜੀ, ਆਮ ਆਦਮੀ ਪਾਰਟੀ ਬੋਲਦੀ ਕਿਉਂ ਨਹੀਂ? ਜੀ, ਜਿਹੜੇ ਬਾਦਲ ਦਲੀਆਂ ਨੂੰ ਦਿੰਦੇ ਆ ਪੈਸੇ, ਉਹ ਬਾਦਲ ਦਲੀਆਂ ਨੂੰ ਪੁੱਛਣ। ਜੀ, ਕਾਂਗਰਸ ਨੂੰ ਦਿੰਦੇ ਆ, ਕਾਂਗਰਸੀਆਂ ਨੂੰ ਪੁੱਛਣ। ਜੀ, ਕੈਪਟਨ ਸਾਹਿਬ ਨੂੰ ਪੁੱਛਣ, ਜੀ, ਹੈ ਨਾ? ਜੀ, BJP ਨੂੰ ਪੁੱਛਣ। ਜੀ, ਉਹ ਕਿਉਂ ਹੁਣ ਚੁੱਪ ਬੈਠੇ ਆ? ਜੀ, ਕਿ ਉਹਨਾਂ ਦੀ ਹਰਾਮ ਦੀ ਕਮਾਈ ਆ ਜਿਹੜੇ ਐ ਭੇਜ ਦਿੰਦੇ ਆ ਜੀ, ਲੱਖਾਂ ਦੀ ਤਾਦਾਦ ਦੇ ਵਿੱਚ ਮੇਰੇ ਖਿਲਾਫ ਜਦੋਂ ਵੀ ਮੈਂ ਖੜਦਾ ਜੀ, ਆਮ ਆਦਮੀ ਪਾਰਟੀ ਬਹੁਤ ਪੈਸਾ ਭੇਜਦੀ ਹੈ ਬਾਹਰੋਂ। ਜੀ। ਮਾਨ ਸਾਹਿਬ, ਇਸ ਦੇ ਨਾਲ ਹੀ ਗੱਲ ਕਰੀਏ ਕਿਸਾਨੀ ਅੰਦੋਲਨ ਦੀ, ਤਾਂ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਵੀ ਕਿਸਾਨੀ ਅੰਦੋਲਨ ਨੂੰ ਜਾਂ ਠੱਲਣ ਖਾਤਰ ਜਾਂ ਉਸ ਦੇ ਵਿੱਚ ਜੋ ਲੋਕਾਂ ਦੇ ਵਿੱਚ ਜਾਗਰੂਕਤਾ ਉਹਨੂੰ ਹੋਰ ਪਾਸੇ ਕਨਵਰਟ ਕਰਨ ਖਾਤਰ ਇਹ ਚੀਜ਼ਾਂ ਕਰੀਆਂ ਜਾ ਰਹੀਆਂ ਨੇ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਕਿਸਾਨੀਆਂ ਦਾ ਮੋਰਚਾ ਵੀ ਜਾਇਜ਼ ਹੈ। ਜੀ। ਦੇਖੋ, ਜਿਹੜੇ ਸੰਵਿਧਾਨ ਹੈ ਉਹਦੇ ਵਿੱਚ 3 ਲਿਸਟਾਂ ਹੈਗੀਆਂ। ਇੱਕ ਯੂਨੀਅਨ ਲਿਸਟ ਹੈ। ਜੀ। ਯੂਨੀਅਨ ਲਿਸਟ ਦੇ ਉੱਤੇ ਸਿਰਫ ਸੈਂਟਰ ਦੀ ਸਰਕਾਰ ਕਾਨੂੰਨ ਬਣਾ ਸਕਦੀ ਹੈ। ਜੀ। ਇੱਕ ਕਨਕਰੈਂਟ ਲਿਸਟ ਹੈ ਜਿਹਦੇ ਤੇ ਸੈਂਟਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਕੋਈ ਨਾ ਕੋਈ ਕਾਨੂੰਨ ਬਣਾ ਸਕਦੀ ਹੈ। ਜੀ। ਇੱਕ ਹੈਗੀ ਹੈ ਸਟੇਟ ਲਿਸਟ, ਜੀ, ਉਹਦੇ ਤੇ ਸਿਰਫ ਸੂਬਾ ਕਾਨੂੰਨ ਬਣਾ ਸਕਦਾ। ਜੀ। ਹੁਣ ਜਿਹੜਾ ਐਗਰੀਕਲਚਰ ਤੇ ਖੇਤੀਬਾੜੀ ਹੈ, ਜੀ, ਇਹ ਸਟੇਟ ਲਿਸਟ ਦੇ ਉੱਤੇ ਆਉਂਦੀ ਹੈ, ਜਿਵੇਂ ਲਾਅ ਐਂਡ ਆਰਡਰ ਵੀ ਸਟੇਟ ਲਿਸਟ ਤੇ ਆਉਂਦਾ ਹੈ ਨਾ? ਜੀ। ਤੇ ਸੈਂਟਰ ਨੇ ਸਟੇਟ ਲਿਸਟ ਨੂੰ ਪੁੱਛਿਆ ਬਗੈਰ, ਜੀ, ਸੈਂਟਰ ਦੇ ਜਦੋਂ ਕਾਨੂੰਨੀ ਤੌਰ ਤੇ ਹੱਕ ਨਹੀਂ ਹੈ, ਜੀ, ਉਹਨਾਂ ਨੇ ਇਹ ਕਾਨੂੰਨ ਕਿਉਂ ਬਣਾਤੇ ਹੈ? ਜੀ, ਹੈ ਨਾ? ਜੀ, ਤੇ ਫਿਰ ਉਹਦੀ ਮੀਟਿੰਗ ਕਿਉਂ ਨਹੀਂ ਕਰਦੇ? ਜੀ, ਉਹਨੂੰ ਸਵਾਰਦੇ ਕਿਉਂ ਨਹੀਂ? ਜੀ, ਸਾਰੀ ਗੱਲ ਇਹ ਹੈ ਕਿਉਂ ਕਰਕੇ ਸਿੱਖ, ਜੀ, ਕਿਸਾਨ ਤੇ ਕਿਸਾਨ ਲੇਬਰਰ ਜੀ, ਉੱਥੇ ਐਜੀਟੇਸ਼ਨ ਕਰ ਰਹੇ ਆ। ਜੀ। ਇਸ ਕਰਕੇ ਦਾ ਫੈਸਲਾ ਹਿੰਦੂਤਵਾ ਦੇ ਲੋਕ ਕਰਨਾ ਨਹੀਂ ਚਾਹੁੰਦੇ ਹੈਗੇ। ਜੀ। ਮਾਨ ਸਾਹਿਬ, ਗੱਲ ਕਰੀਏ ਤਾਂ ਸੈਂਟਰ ਨੇ ਬਣਾਏ ਨੇ ਇਹ ਕਾਨੂੰਨ, ਤਾਂ ਪੰਜਾਬ ਦੇ ਜੋ ਭਾਜਪਾ ਦੇ ਲੀਡਰ ਨੇ ਹਰਜੀਤ ਗਰੇਵਾਲ ਨੇ, ਤਾਂ ਉਹ ਸਮੇਂ-ਸਮੇਂ ਤੇ ਬਿਆਨ ਦਿੰਦੇ ਨੇ ਕਿਸਾਨ ਜੋ ਮਰਜ਼ੀ ਕਰ ਲੈਣ, ਤਾਂ ਇਹ ਕਿਸਾਨ ਨੇ ਜੋ ਕਿਸਾਨ ਬਿੱਲ ਨੇ ਵਾਪਸ ਨਹੀਂ ਹੋਣਗੇ।
ਚਲੋ ਹਰਜੀਤ ਗਿੱਲ ਹਰਜੀਤ ਤੇ ਬਾਕੀ ਦੇ ਬੀਜੇਪੀ ਲੀਡਰ ਨੂੰ ਪੁੱਛੋ, ਤੁਸੀਂ ਬਾਹਰ ਜਾਣ ਜੋਗੇ ਰਹਿ ਗਏ ਹੁਣ ਜੀ। ਬਾਹਰ ਤਾਂ ਨਿਕਲੋ ਆਪਣੇ ਘਰਾਂ ਤੋਂ। ਮਾਨ ਸਾਹਿਬ ਉਹ ਕਹਿੰਦੇ 117 ਦੀਆਂ 117 ਸੀਟਾਂ ਤੇ ਲੜਾਂਗੇ ਅਸੀਂ। ਹੁਣ ਇਹਨਾਂ ਦਾ ਕੀ ਕੀਤਾ ਜਾ ਸਕਦਾ ਯਾਰ। ਇਹ ਬੰਦੇ ਇਹ ਬਹੁਤ ਕੱਟੜਵਾਦੀ ਹਿੰਦੂ ਹੈਗੇ ਆ ਜੀ। ਇਹਨਾਂ ਨੇ ਹਿੰਦੂਤਵ ਦਾ ਰਾਜ ਲੈ ਕੇ ਆਂਦਾ ਜੀ। ਹੁਣ ਜਿਵੇਂ ਮਰਜ਼ੀ ਕਹੀ ਤਾਂ 37 ਵੀ ਹੀ 100 ਹੈ ਜੀ। ਤੇ ਸਾਨੂੰ ਮੰਨਣਾ ਪਊਗਾ। ਬਾਦਲ ਸਾਹਿਬ ਵੀ ਕਹਿੰਦੇ 37 ਵੀ 100 ਹੈ, ਉਹ ਹੁਣ ਪੇਸ਼ ਨਹੀਂ ਹੁੰਦੇ SIT ਦੇ ਕੋਲੇ। ਜੀ। ਜਦੋਂ ਲੋਕਾਂ ਨੂੰ ਮਾਰਤਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਤੀ, ਤੁਸੀਂ ਮੈਨੂੰ ਦੱਸੋ ਜੀ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਇਹ BSP ਦੇ ਨਾਲ ਜੀ ਸਮਝੌਤਾ ਕੀਤਾ ਹੈ ਜੀ। ਇਹਨਾਂ ਦੇ ਵੱਡੇ ਲੀਡਰ ਬਾਬੂ ਕਾਂਸ਼ੀ ਰਾਮ ਨੂੰ ਜਦੋਂ ਪਾਰਲੀਮੈਂਟ ਦੇ ਵਿੱਚ ਕਿਸੇ ਨੇ ਸਵਾਲ ਕੀਤਾ ਕਿ ਜੀ ਤੁਹਾਡਾ ਮੈਨੀਫੈਸਟੋ ਕੀ ਹੈ ਜੀ, ਉਹਨਾਂ ਨੇ ਕਿਹਾ ਇੱਕ ਜੀ ਗੁਰੂ ਗ੍ਰੰਥ ਸਾਹਿਬ। ਕਹਿੰਦੇ ਮੇਰਾ ਮੈਨੀਫੈਸਟੋ ਹੀ ਗੁਰੂ ਗ੍ਰੰਥ ਸਾਹਿਬ ਹੈ ਜੀ। ਹੁਣ BSP ਨੇ ਫੈਸਲਾ ਕੀਤਾ ਹੈ, ਉਸ ਪਾਰਟੀ ਨੇ ਬਾਦਲ ਦਲੀਆ ਨੂੰ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜੀ, ਮਹਾਰਾਜ ਦੇ ਸਰੂਪ ਪਾੜ ਕੇ ਗੰਦੀਆਂ ਨਾਲੀਆਂ 'ਚ ਜੀ। ਹੁਣ ਇੱਕ ਪਾਸੇ ਤਾਂ BSP ਕਹਿੰਦੀ ਹੈ ਕਿ ਸਾਡਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈ ਜੀ, ਦੂਜੇ ਪਾਸੇ ਫੈਸਲਾ ਕਰ ਲਿਆ ਉਸ ਪਾਰਟੀ ਦੇ ਨਾਲ ਜੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੀਰ ਨੂੰ ਪਾੜ ਕੇ ਗੰਦੀਆਂ ਨਾਲੀਆਂ 'ਚ ਜੀ। ਹੁਣ ਮਾਇਆਵਤੀ ਜੀ ਸਾਨੂੰ ਦੱਸਣ ਜੀ ਇਹ ਕਿਵੇਂ ਚੱਲੂਗਾ ਜੀ। ਸੋ ਮਾਨ ਸਾਹਿਬ ਇਸ ਦੇ ਉੱਪਰ ਤੰਜ ਵੀ ਕਸੇ ਜਾ ਰਹੇ ਨੇ ਵਿਰੋਧੀਆਂ ਵੱਲੋਂ ਵੀ BSP ਨੇ ਜੋ ਸੌਦਾ ਕੀਤਾ ਹੈ, UP ਦੀਆਂ ਚੋਣਾਂ ਵਿੱਚ ਪੈਸੇ ਲਏ ਨੇ, ਜੋ ਆਉਣ ਵਾਲੀਆਂ UP ਦੀਆਂ ਚੋਣਾਂ ਨੇ ਉਸ ਦੇ ਖਾਤਰ ਪੰਜਾਬ ਦੇ ਵਿੱਚੋਂ ਫੰਡ ਇਕੱਠਾ ਕੀਤਾ ਇਹਨਾਂ ਨੇ ਅਕਾਲੀਆਂ ਤੋਂ। ਮੇਰੇ ਕੋਲ ਕੋਈ ਸਬੂਤ ਤਾਂ ਹੈ ਨਹੀਂ, ਪਰ ਇਹ ਜਿਵੇਂ ਇਹਨਾਂ ਦੇ ਲੱਛਣ ਹੈਗੇ ਹੋ ਸਕਦਾ ਜੀ। ਜੀ ਜੀ। ਸੋ ਮਾਨ ਸਾਹਿਬ ਤੁਹਾਡੀ ਪਾਰਟੀ ਜੋ 2022 ਦੀਆਂ ਵੋਟਾਂ ਰਹੀਆਂ ਨੇ, ਤਾਂ ਤੁਹਾਡਾ ਕੀ ਆਪਾਂ ਕਹਿ ਸਕਦੇ ਹਾਂ ਰੂਪ ਰੇਖਾ ਕੀ ਹੋਵੇਗੀ ਆਮ ਲੋਕਾਂ ਦੀ? ਅਸੀਂ ਕੋਸ਼ਿਸ਼ ਕਰਾਂਗੇ ਜੀ, ਲੋਕਾਂ ਕੋਲੇ ਅਸੀਂ ਜਾਂਦੇ ਹਾਂ, ਅਸੀਂ ਬੈਠੇ ਨਹੀਂ ਘਰੇ। ਬੇਸ਼ੱਕ ਅਸੀਂ ਹਮੇਸ਼ਾ ਹਾਰ ਜਾਂਦੇ ਹਾਂ ਜੀ, ਅਸੀਂ ਬਿਲਕੁਲ ਮੈਦਾਨ ਦੇ ਵਿੱਚ ਉਤਰਾਂਗੇ ਜੀ। ਅਕਾਲੀ, ਮੇਰਾ ਮਤਲਬ ਅਕਾਲੀ ਪਾਰਟੀ ਦਾ ਹੋਰ ਕੰਮ ਕੀ ਹੈ? ਜਦੋਂ ਜੰਗ ਦਾ ਬੀਜਗਲ ਵੱਜ ਜੇ ਜੀ ਤੇ ਮੈਦਾਨੇ ਜੰਗ ਦੇ ਵਿੱਚ ਤਾਂ ਆਉਣਾ ਹੀ ਚਾਹੀਦਾ ਜੀ। ਆਵਾਂਗੇ ਜੀ। ਸੁਮਾਨ ਸਾਹਿਬ ਇਹ ਤੁਸੀਂ ਹਾਰਨ ਦੀ ਗੱਲ ਕੀਤੀ ਆ, ਭਾਵੇਂ ਹਾਰ ਜਾਂਦੇ ਹੋ ਤਾਂ ਹਾਰ ਦੇ ਕਾਰਨ ਕੀ ਲੱਗਦੇ ਨੇ ਤੁਹਾਨੂੰ? ਕਿਉਂਕਿ ਤੁਸੀਂ ਪੰਥ ਵਾਸਤੇ ਲੜਦੇ ਹੋ ਤਾਂ ਪੰਥ ਦੀ ਗੱਲ ਵੀ ਕਰਦੇ ਹੋ, ਲੋਕਾਂ ਨਾਲ ਖੜਦੇ ਵੀ। ਜਦੋਂ ਕੌਮੀਅਤ ਕਿਸੇ ਕੌਮ ਦੀ ਮਰ ਜੇ ਜੀ ਤਾਂ ਫਿਰ ਉਸ ਪਾਰਟੀ ਜਿਹੜੇ ਕੌਮੀਅਤ ਦੇ ਉੱਤੇ ਲੜਦੇ ਆ ਉਹਨਾਂ ਦਾ ਹਾਲ ਤਾਂ ਇਹੋ ਜਿਹਾ ਹੀ ਹੁੰਦਾ ਜੀ। ਫਿਰ ਹੋ ਰਿਹਾ ਸਾਡਾ, ਅਸੀਂ ਕਬੂਲ ਕਰਦੇ ਹਾਂ ਤੇ ਬਰਦਾਸ਼ਤ ਕਰਦੇ ਹਾਂ ਜੀ, ਪਰ ਫਿਰ ਵੀ ਉੱਠ ਕੇ ਲੜੀ ਜਾਂਦੇ ਆ, ਬੈਠੇ ਤਾਂ ਨਹੀਂ ਜੀ। ਹਾਰ ਨੂੰ ਨਹੀਂ ਕਬੂਲ ਕੀਤਾ ਸੀ, ਬਿਲਕੁਲ ਨਹੀਂ ਕੀਤਾ ਹੈ ਜੀ। ਹਾਂ ਸੁਮਾਨ ਸਾਹਿਬ ਕੋਈ ਸਾਡੇ ਦਰਸ਼ਕਾਂ ਨੂੰ ਸੰਦੇਸ਼? ਹਾਂਜੀ, ਸਾਰੇ ਬਾਹਰ ਦੇ ਮੁਲਕ ਦੇ ਜਿੰਨੇ ਵੀ ਸਿੱਖ ਇੱਥੇ ਵੀ ਬੈਠੇ ਹੈ, ਉਹ ਜੇ ਆਪਣੇ ਲੀਡਰ ਇਸ ਕਤਲ ਜਿਹੜੇ ਕਲਕੱਤੇ ਹੋਏ ਹੈ ਨਹੀਂ ਬੋਲਦੇ ਜੀ ਤੇ ਉਹਨਾਂ ਨੂੰ ਬੋਲਣਾ ਚਾਹੀਦਾ, ਕਿਉਂ ਕਰਕੇ ਹਿਊਮਨ ਰਾਈਟਸ ਮਨੁੱਖੀ ਕੀਮਤਾਂ ਦੀ ਗੱਲ ਹੈ। ਇਹ ਐਵੇਂ ਨਹੀਂ ਅੱਜ ਜੇ ਫਿਰੋਜ਼ਪੁਰ ਤੇ ਖਰੜ ਦੀ ਮਾਂ ਦਾ ਪਿਓ ਦਾ ਪੁੱਤ ਮਾਰੇ ਹੈ ਜੀ, ਕੱਲ ਨੂੰ ਸਾਡੇ ਪੁੱਤ ਵੀ ਉਸੇ ਤਰ੍ਹਾਂ ਮਾਰਨਗੇ ਜੀ। ਅੱਜ ਬੋਲਣਾ ਚਾਹੀਦਾ, ਬਹੁਤ ਜ਼ਰੂਰੀ ਹੈ ਜੀ। ਤੇ ਸਾਰੇ ਤੁਸੀਂ ਆਪਣੇ ਪ੍ਰੈਜ਼ੀਡੈਂਟ ਅਮਰੀਕਾ ਨੂੰ ਲਿਖੋ, ਤੁਸੀਂ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਨੂੰ ਲਿਖੋ, ਜਿੱਥੇ ਜਿੱਥੇ ਤੁਸੀਂ ਬੈਠੇ ਹੋ ਜੀ। ਫਰਾਂਸ ਦੇ ਪ੍ਰੈਜ਼ੀਡੈਂਟ ਨੂੰ ਜਿੱਥੇ ਜਿੱਥੇ ਸਿੱਖ ਬੈਠੇ ਹੈ ਜੀ, ਉਹ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਜਿੱਥੇ ਜਿੱਥੇ ਬੈਠੇ ਉੱਥੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਕਹਿਣ ਕਿ ਜੀ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ ਜੀ ਤੇ ਇਹ ਝੂਠੇ ਕਤਲ ਬੰਦ ਹੋਣੇ ਚਾਹੀਦੇ ਆ ਸਿੱਖਾਂ ਦੇ ਜੀ। ਸੁਮਾਨ ਸਾਹਿਬ ਤੁਸੀਂ ਵੀ ਬਾਹਰ ਤੁਹਾਡੀ ਵੀ ਬਹੁਤ ਚੱਲਦੀ ਹੈ, ਤਾਂ ਬਹੁਤ ਤੁਹਾਡੇ ਸੰਬੰਧ ਵੀ ਨੇ ਬਾਹਰਲੇ ਇੰਵੈਸਟਰਸ ਦੇ ਨਾਲ ਜਾਂ ਮਿਨਿਸਟਰਸ ਦੇ ਨਾਲ, ਤੁਸੀਂ ਵੀ ਕਰ ਰਹੇ ਹੋ ਕੋਈ ਪੈਰਵਾਈ? ਅਸੀਂ ਤਾਂ ਕਰ ਹੀ ਰਹੇ, ਸਾਡੇ ਲਈ ਤਾਂ ਇਹ ਨੈਟ ਦੇਖ ਲਓ ਕਰ ਰਹੇ ਹਾਂ ਜੀ, ਤੁਹਾਡੇ ਰਾਹੀਂ ਵੀ ਕਰ ਰਹੇ ਹਾਂ ਕਿ ਹੁਣ ਸਾਰਿਆਂ ਨੂੰ ਕਹਿਤਾ ਕਿ ਤੁਸੀਂ ਆਪਣੇ ਪ੍ਰਾਈਮ ਮਿਨਿਸਟਰਾਂ ਨੂੰ, ਪ੍ਰੈਜ਼ੀਡੈਂਟਾਂ ਨੂੰ ਗੱਲ ਕਰੋ ਜੀ, ਹੈ ਨਾ ਜੀ। ਸੁਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ। ਸੋ ਇਹਨਾਂ ਦੇ ਤੁਸੀਂ ਵਿਚਾਰ ਸੁਣੇ ਨੇ, ਇਹ ਵਿਚਾਰ ਸ਼ੇਅਰ ਕਰੋ ਅੱਗੇ ਤੋਂ ਅੱਗੇ। ਸੋ ਇਸੇ ਤਰ੍ਹਾਂ ਦੇ ਹੋਰ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ।